ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਪੰਜਵਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗਮਾਨ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗਮਾਨ। ਸਾਚਾ ਸਾਹਿਬ ਸਦ ਮਿਹਰਬਾਨ, ਬੰਧ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਰਹਾ ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਆਪ ਜੀ ਦੇ ਦਾਰੂ ਗੁਰੂ ਸਾਹਿਬ ਮਹਾਂਪੁਰਖ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ, ਉਹਨਾਂ ਦੀ ਸਾਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਸਤਿਗੁਰੂ ਦੀ ਪਾਵਨ ਜੋ ਅੰਮ੍ਰਿਤ ਰੂਪ ਗੁਰਬਾਣੀ ਹੈ, ਸਪਤਾਹ ਪਾਠ ਆਰੰਭ ਕੀਤੇ ਗਏ ਸੀ। ਸ੍ਰੀ ਜਪਜੀ ਸਾਹਿਬ ਦੇ ਪਾਠ, ਮੂਲ ਮੰਤਰ ਸਾਹਿਬ ਦੇ ਪਾਠ 7 ਦਿਨ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬੜੇ ਪਿਆਰ ਸ਼ਰਧਾ ਦੇ ਨਾਲ ਪਾਠੀ ਸਿੰਘਾਂ ਨੇ, ਸੇਵਾਦਾਰਾਂ ਨੇ ਇਹ ਸੇਵਾ ਬੜੀ ਸ਼ਰਧਾ ਦੇ ਨਾਲ ਨਿਭਾਈ ਹੈ। ਔਰ ਗੁਰੂ ਮਹਾਰਾਜ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਰੂਪ ਪਾਵਨ ਬਾਣੀ ਦੇ ਪਾਠਾਂ ਦੀ ਸੰਪੂਰਨਤਾ ਹੋਈ ਹੈ। ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਜਪਜੀ ਸਾਹਿਬ ਔਰ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਦੇਗ ਕਿਤਾਬਿਆ ਸੰਪੂਰਨ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ ਹਨ। ਆਰਤੀ ਆਰਤੇ ਦਾ ਕੀਰਤਨ ਕੀਤਾ ਗਿਆ ਹੈ। ਉਪਰੰਤ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ ਹੋਇਆਂ ਕਾਰਜ ਦੀ ਸੰਪੂਰਨਤਾ ਵਾਸਤੇ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਹਾਂ। ਅਰਦਾਸ ਬੇਨਤੀ ਕੀਤੀ ਹੈ ਕਿ ਜਿਸ ਕਾ ਕਾਰਜ ਤਨੇ ਹੀ ਕੀਆ, ਮਾਨਸ ਕਿਆ ਬੇਚਾਰਾ ਰਾਮ। ਸਤਿਗੁਰੂ ਜੀ ਨੇ ਬੜੀ ਕਿਰਪਾਲਤਾ ਕੀਤੀ ਹੈ। ਪਵਿੱਤਰ ਨਗਰੀ ਜਿੱਥੇ ਧੰਨ ਧੰਨ ਬੇਬੇ ਨਾਨਕੀ ਜੀ ਨੇ ਪਾਵਨ ਚਰਨ ਪਾਏ, ਉਹਨਾਂ ਦੇ ਪਿਆਰ ਸਦਕਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਨਗਰ ਵਿਖੇ ਪਵਿੱਤਰ ਚਰਨ ਪਾਏ। ਬੇਅੰਤ ਕੌਤਕ ਮਹਾਰਾਜ ਜੀ ਨੇ ਕੀਤੇ। ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਇਸੇ ਨਗਰ ਕੀਤੀ। ਮੋਦੀ ਖਾਨੇ ਦੀ ਕਿਰਤ, ਧਰਮ ਦੀ ਕਿਰਤ ਦੀ ਬਰਕਤ ਨੂੰ ਦਰਸਾਇਆ। ਸੱਚਖੰਡ ਗਏ, ਮੂਲ ਮੰਤਰ ਦੀ ਦਾਤ ਲਿਆਏ। ਧਰਮ ਦੀ ਕਿਰਤ ਵਿੱਚ ਵਾਧਾ ਇਹ ਵੀ ਦਰਸਾਇਆ। ਸੱਚ ਦੀ ਇਬਾਦਤ ਕਰਨ ਦਾ ਉਪਦੇਸ਼ ਦਿੱਤਾ। ਔਰ ਮੰਤਰੀਆਂ ਜੰਤਰੀਆਂ ਤੰਤਰੀਆਂ ਨੂੰ ਕਿਹਾ, ਤ੍ਰਿਗ ਤਿਨਾ ਗਾ ਜੀਵਿਆ ਜੋ ਲਿਖ ਲਿਖ ਵੇਚਿਆ ਨਾਓ।
खेती जन की उजड़ी खलवाड़ा नहीं थाओ। गौ ब्राह्मण को कर लावा गोबर तरन न जाई। तोती टिका ते जो माली धान मिले छां खाई। छो ढीले पखंडा नाम लिया जाहे तरंदा। ये उपदेश बख्शिश कीते राजा बालक नगरी काची दुष्टां नाल प्यारो। ये शब्दां दी दात भी इत्थे महाराज ने बख्शिश की। बेअंत किरपा कीतियां साईं अल्लाह दत्ता। गुरबूजे शाह फकीरां नूं नाटकी चेटकी छड़ा के सच धर्म खुदा दे उपासक बनाया। फकीर साधक जो काली देवी दे उपासक सी, उन्होंने अकाल दी पूजा सेवा विच लाया। भाई बाला मरदाना जी नूं साथी बना के एक नूं रबाब तार दा गुण राग दा बख्शिया। भाई बाला साहब नूं चौर दी सेवा बख्शी और महाराज दे प्यार सत्कारयोग सतगुरु जी दे परम पूज पिता मेहता कल्याण चंद्र जी ਅਤੇ ਉਹਨਾਂ ਦੇ ਪੂਜਨੀਕ ਮਾਤਾ ਸ਼੍ਰੀ ਮਾਤਾ ਤ੍ਰਿਪਤਾ ਜੀ और महाराज दे जो सरबंधी बाबा मूल चंद माता चंदो राणी और महाराज दे महल जगत माता धन धन माता सुलखणी जी, ये सारियां दे इत्थे चरण पाए। तो महाराज दे जिहड़े होर भी रिश्तेदार आ वो भी समय समय दे नाल चरण पाउंदे रहे। ते बेअंत गुरसिखां दे उत्ते किरपा कीती और बेअंतां नूं बख्शिशां जिहड़ियां महाराज ने बख्शिश कीतियां। इस पवित्र नगरी दे अंदर धन धन साहिब श्री गुरु नानक जी महाराज जी का ओट आसरा लैंदियां होइयां ये महापुरखां दी सालाना याद नूं मुख रख के बाणी दे पाठ होए है, भोग पए है। गुरु महाराज ने बड़ी बख्शिश की है। आप सारियां संगतां ने पवित्र श्री मुखवाक सरवण कीते हैं। महापुरखों वास्ते गुरबाणी विच गुरु महाराज ने ऐसे शब्द लिखे हैं। जन्म मरण दोहु में नाही, जन पर पकारी आए, जी दान दे भगती लाइन, हर स्यों लैन मलाए। क्योंकि जिमें जेल दे विच कैदी भी है, डॉक्टर भी है, कर्मचारी दरोगा आदि कोतवाल बहुत है, पर कैदी बंधन च आ वो स्वतंत्र है। बाकी जिन्हें जीव है वो आपो अपने कर्मां दे जाल बंधन च फसे हुए संसार ते आउंदे हन। पर महापुरखों का गुरमुख आए जाए नसंग, वो संसार के भले वास्ते निरंकार वालों भेजे जाते हैं। बेअंत सतयुग त्रेता द्वापर महापुरख आए, ग्रंथों की भी रचना मौके मुताबिक की। इस कलयुग के भले वास्ते कल तारण गुरु नानक आया। सतगुर सच्चे पातशाह जी ने 10 जामे धारे, 239 साल सारे संसार विच उदासियां करके विचर के धर्म का झंडा झुलाया, धर्म का चक्कर फेरिया। तो गुरु नानक साहब जी के वेले भी बेअंत गुरसिखां ने बख्शां लईआं। गां बख्शां वाले गुरसिख गां भी संगत बख्शां वंडदे रहे। उन्हां बख्शां दे विचों भाई साहब भाई दयाल सिंह जिन्हें पंजां प्यारिਆਂ सब तो पहला सीस भेंट करके अमर की दात प्राप्त की। उन्होंने दस्तावर हस्तकमलों तो आप पातशाह ने भी ये दातां लईआं। बेअंत गुरसिखां ने भाई दयाल सिंह साहब जी के दस्तावर हस्तकमलों तो ये अमर दीआं दातां प्राप्त कीतियां। और पंजां प्यारिਆਂ के जथेदार गुरु महाराज के हजूरी सेवादार भाई साहब भाई दयाल सिंह साहब जी, उन्हां दीआं जो ये संप्रदावां चल रही हैं। और इस तरह भाई संगत साहब और बाबा दीप सिंह साहब, भाई मनी सिंह साहब, भाई धर्म सिंह साहब और भाई भगीरथ जी
बाबा बुढ़ा साहब जी अंश वंश, बाबा विधि चंद साहब बस्ती राम और गुरु सर सतलाणी वाले बेअंत महापुरख है। ये संप्रदा अज भी चलियाँ आ रही पुरातन। भाई साहब भाई दयाल सिंह जी ने 10वें पातशाह जी तो बख्शा लियाँ। उन्होंने तो बाबा सूबा सिंह साहब जी, बाबा साहब सिंह जी बेदी खालसे राज दे उसरइए। उन्होंने तो बाद बाबा भाग सिंह जी पुरी वाले महापुरख। उन्होंने महापुरखों तो धन धन बाबा वीर सिंह जी महाराज नरंगाबाद वाले, उन्होंने खालसा राज वास्ते बलिदान दिता। उन्होंने परम श्री बाबा खुदा सिंह साहब जिन्होंने काबुल कंधार पेशावर सिक्खी दे झंडे चलाए। उन्होंने छोटे गुरु भाई धन धन बाबा महाराज सिंह, उन्होंने चरण सेवक बाबा खड़क सिंह साहब खालसा राज की डुबदी बेड़ी में बचाने वास्ते सिंगापुर दी खाल कोठड़ियां विच बेअंत तसीहे चलते हुए अपनी कीती प्रतिज्ञा पूरा निभा के सचखंड गए। ना हथियार सुटिया ना हीन मनी ते ना धर्म तो डोले, अपने आराधे विच परपक रहे। सो जो बड़े बड़े सरदारा ने अंग्रेजों मोरे हथियार सुट दिते हीन मन लई, पर एक महापुरख जिन्होंने सच दे झंडे नूं चला ही रखिया। आज़ादी दे महान खालसा राज नूं कायम रखने वास्ते बलिदान दिता। उन्होंने चरण सेवक बाबा राम सिंह साहब, उन्होंने तो बरसाई महान शख्सियत धन धन बाबा करम सिंह जी महाराज होती मरदान वाले जोड़े 1844 में सिख राज भर्ती हुए। 1849 सिख राज गया, सारिया जंगा में शामिल हुए। 1857 की गदर तो बाद आप जी ने निरंकार की बंदगी हल मन लाया और बेअंत संगतां दा भला किया। नाम पाने गुरु महाराज अंबर छकाए, चढ़दियाँ कलां दे उपदेश, फ्रंटियर के इलाके संगतां फिर तुर के बेअंत जगह किरपा की। उन्होंने तो बेअंत महापुरख बाबा अतर सिंह महाराज रेरू वाले, अतले वाले, पुनसा वाले और बेअंत महापुरख बाबा हरनाम सिंह जैन वाले बरसाए। उस स्थान की जिहड़ी सेवा धन धन बाबा आया सिंह जी महाराज जी नूं बख्शिश हुई। धन धन बाबा आया सिंह जी महाराज तो बाबा जवंत सिंह जी महाराज राजा संसी वाले, धन धन बाबा तरलोक सिंह ख्वाजा खड़क और इस तरह बाबा नत्था सिंह अपने साध संगत जी बताले वाले और बेअंत महापुरख उन्होंने तो बरसाए। धन धन बाबा आया सिंह महाराज तो बाबा माझा सिंह जी और महापुरख संत बाबा नत्था सिंह जी रेरू साहब वाले बेअंत महापुरख हैं। सारा इतिहास पढ़िए फिर बाकी मिलती है। और महान शख्सियत धन धन बाबा ज्वाला सिंह जी महाराज हरकुआल वाले महापुरख जिन्हों की याद विच पाठां दे भोग पे समागम रखिया। इन्हां महापुरखों का जन्म मालपुर के इलाके जिला हुशियारपुर लंगेरी पिंड है और पिता नारायण सिंह जी माता राजपुर उन्होंने गृह विखे 1899 ईस्वी 21 विसाख 3 मई नूं होया। और पहला इन्होंने 7 भैणां सी। इन्होंने सत्कारयोग माता जी मातावां नूं मकान देण किते गए। धन धन बाबा कानदास जी महाराज मडेरा वाले महापुरख जो बाबा श्री चंद जी महाराज का धूना बहादुरगढ़ हुशियारपुर है, वो संप्रदा दे महापुरख सके।
कि वो माता जा रही ले महापुरखों ने दर्शन किए, कहन लगे कि महापुरख जा रहे हैं। संतां की माता कहन लगे असीं तां बड़े संत देखे, सानू तो किसी ने पुत्र का वर नहीं दिता। महापुरखों ने बचन सुन लिया। धन धन बाबा कानदास जी महाराज मडेरा वाले कठार के नेड़े ही पिंड है। कहन लगे माता जा, अदास ना हो, गुरु नानक पातशाह बाबा श्री चंद जी के घर कोई कमी नहीं, तेरे 3 पुत्र होणगे, एक साडा होवेगा, भाव साधु होएगा। फिर महापुरखों के बचन मुताबक समय के नाल सूबेदार अशर सिंह जी फौज रहे। उन्होंने तो छोटे श्रीमान संत बाबा ज्वाला सिंह महाराज हरखवाल, इन्होंने भी फौज च नौकरी की। इन्हों तो छोटे बाबू दयाल सिंह जी आज़ादी दे विच उन्हें महान काम किया, राजनीति के अंदर भी। सो फिर जो महापुरखों का जन्म होया बाल अवस्था सी, तो पेचिस की बीमारी लग गई। उन्होंने दिनों अज वांगू हस्पताल जगह जगह डॉक्टर उपलब्ध नहीं सी होंदे, ते मालपुर माता ने लैके जाना बड़ी लड़की के नाल। ते माता जी बड़ी सुच पवित्रता रखते सी, बड़े तंग आ गए। तो एक दिन तो मन च आया भी इन्हों चों ना ही जन्म होंदा ठीक सी, मैनू तो नरक च पा दिता, भी मर जाण ते चंगा। इहो जिहा फुरना बन गया। उत्थे कोई हल्टी सी, उत्थे वस्त्र साफ करते सी। वो ऐसा कौतुक होया, इन्ने नूं एक पंडित आ गया रमलिया हथ जो जंतरी, जिमें वो गीटे जे फड़े होंदे। तो माता ने पूछा बे पंडिता वो ज्योतिष वगैरह जानदा? कहते हाँ माता जी, कोई एक चांदी का रुपया दिता, आ देख ये बालक किस तरह उन फिर चरणों दियाँ रेखा, मस्तक दियाँ, पेट दियाँ, हत्थां दियां। वो कहते माता जी जब तो यह राजनीति वाल गया तो बहुत बड़ा यह लीडर बनेगा, विद्या वाल गया तो बहुत बड़ा धुरंधर विद्वान होएगा, खेलों च गया तो बहुत बड़ा खिडारी होएगा, पहलवानों च गया बहुत बड़ा पहलवान होएगा, फौज में गया तो बहुत बड़ा यह सूरमा होएगा। तो माता ने पंडित लोग जोड़े ये माया वाल गया तो बड़ा धनाड़ होवेगा। इन्हां दा काम हुंदा अगले की उस्त जी करके ते माया बटोरनी। कहते पंडिता तेरा बचन जे सच होवे नाल चल, पिंड जाके तैनूं लंगर भी छकावांगे ते होर पूजा प्रतिष्ठा वस्त्र वुस्त्र सब कुछ देंगे। वो नाल तुर पिया। जदों उन्हें बचन दस्या उस तो बाद कोई फिर हाजत क्रिया नहीं हुई, वो नाल लैके आ गई। तो जिले देखा वो देखदे आदृष्ट हो गया, उत्थे गायब हो गया। उस तो बाद वो बीमारी भी खत्म हो गई। फिर देखा भी ये तो कोई दरगाह वालों करिश्मा होया, जे धार्मिक पासे तुरे बहुत बड़े महात्मा होणगे बचन दसे सी। सो फिर जदों 5 साल दे होए उन्होंने फिर विद्याल प्रेरित किया और ग्रंथी सिंह तो संथ्या वगैरह जिमें पहला रिवाज से 5 ग्रंथी 22 12 भगत बाणी, और इस तरह फिर अपने गुरु महाराज सांझियां ते फिर पूर्ण संपूर्ण संथ्या। फिर इस तरह जी वो सकूली विद्या सी वो भी। उस तो बाद फिर जवान बहुत निकले, खेतीबाड़ी का भी काम करते कराते रहे। फिर प्रेरणा हुई फौज भर्ती होया जाए। फिर 1911 दे विच फौज भर्ती हो गए, क्योंकि 6 फुट 2 इंच लंबा उन्होंने कद सी, बड़ा सुंदर शरीर, तिखे नैन नक्श। तो जदों उन्होंने पलटन मरदान गई, होती मरदान के नेड़े, तो फौज में सूबेदार साहब से वो धन धन बाबा आया सिंह जी महाराज
मोबाइल भाई बंद कर लो। तो फौज फिर मरदान गई। तो उत्थे साध संगत जी सरदार ज्वाला सिंह सूबेदार साहब महापुरखों संगी सी, धन धन बाबा आया सिंह जी महाराज जी के। कहते भी महाराज हुण तां तुहाडे दर्शन करीदे आ, जदों उधर फ्रंटीयर तो पंजाब वल जावांगे उधर भी कोई महापुरख दसो ये दर्शन दीदार किए जाण। देखो महापुरख अंतरजामी कहते तेरी फौज एक नवा रंगरूट आया, वो साडा ही स्वरूप आ, तेरा ही सरनामी आ, नाल लैके आयो। जो कुछ पड़ताल की तो कहा भी साढ़े नाल चलो। कहते भी मैं तो महापुरखों की संगत उन्होंने की नहीं, ना पूरा परचा ही है। तो जो दसिया महाराज नूं जाके कहते भी उन्होंने को भी तू नहीं जानता, असीं तैनूं कई जन्मों तो जानते हैं। कहने लगे भी महापुरखों के बचन कहा भी अफसर का कहना तो सिपाही ने मनना ही सी। चले गए। फिर महापुरखों ने दिव्य दृष्टि जो नेत्रा ना नेत्र लाए तो फिर अमृत बचन की बरिष्ठ कर कृपा दृष्ट के साथ भूप वह विचर पयो व्यर्था न साध मलाप, कृपा कटाख अवलोकन किनो दास का दुख बधारे। पिताजी बस दंडवत प्रणाम की। इस तरह काफ़ी समय बसुध पै रहे। संगत ने महाराज भी सिपाही ज्वाला सिंह तो इस तरह ही पे है, उठे ही नहीं। कह लगे कहते भी असीं जानते नहीं, जदों कह भी जान गए उदों ही उठा लाँगे। पर वे महाराज ने अपना रामा पाइया सी, चरण छुआया मस्तक नूं। बस दसम द्वारा आगम पारा परम पुरख की काटी, खोल दित्तियां अवस्था तुरी अपज पछाता। कहते सुना बई दिव्य दृष्टि मिल गई। कहते महाराज हुण तां मैनूं अनुभव है, मैं कई जन्मों तो तुहाडा चरण सेवक हाँ। हुण मैं ये नौकरी नहीं करनी, गुरु नानक पातशाह के घर की सेवा करनी। महाराज कहते 5 साल तेरी सेवा, तेरी संगत नाल बहुत सारे फौजियों का भी भला होएगा, अंमृत छकणगे, गुरु का लड़ फड़नगे। उस तो बाद फिर संगत की सेवा च बुलावांगे। फिर अगे जर्मन की लड़ाई आ गई, उहदे च भी महाराज शामिल रहे। उत्थों भी उन्होंने मैडल प्राप्त किया, खेडां च गए, छाल लाउण च गए, चांद मारी और जंग युद्धां दे विच हर पासे जिधर जाते सी मोर्चे फतेह होंदे रहे। फिर महाराज की आग्या के मुताबिक साखियां तो बहुत लंबियां, तो फिर 1917 में अपने फौज त्याग करके फिर होती मरदान डेरे 1 साल आप हल वाया, खेती की, गुरु के लंगर वास्ते धर्मदान पैदा करन दी सेवा करते रहे। लंगर च भांडे मंजने, महाराज की हजूरी सेवा। फिर संत बिशन सिंह जी जो धन धन बाबा हरनाम सिंह जैन वालियां दे चरण सेवक सी, नंगल पिंड, तो वह महापुरख अपने खेत च ही कुड़िया बना के रहिंदे सी बाबा बिशन सिंह जी। तो वह उत्थे मेरा दर्शन ले गए, भांडे मांजण की सेवा करते सी, कोई वस्त्रां की परवाह नहीं। धन धन बाबा आया सिंह कहन लगे मंगो की चाहुंदे? कहन लगे महाराज कुछ नहीं, कि संत ज्वाला सिंह जी नूं मेरे नाल भेज दिओ। वो बचन दे चुके सी। फिर कहन लगे ठीक है, वो नाल लैके फिर आ गए। इत्थे फिर आके अपने नसराला उदों दा स्टेशन इत्थे उतरे रेल तो टकुवाल पिंड आए। इत्थे संत लाभ सिंह नूं मिले, बीबी दी पंडोरी पाठ का भोग सी। उन्हां तो कोई एकांत जगह पुछी, साईं काकी शाह की जगह सी। कहन लगे भी इत्थे भी आवाजाई है। फिर घोर जंगल दे विच कोई घमियार बच्चा ब्याह के जा गए किसी समय, वो लड़का सप लड़ के मर गया, लड़की नाल सती हो गई। उसकी जात जंगल च एक मटी बनी सी। देखा भी आ जगह ठीक है। उत्थे फिर महापुरखों ने तप साधना की। महाराज ने 5 वचन दिते सी, अकान च रहना, किसी अगे हथ नहीं देना,
ਗਰਾਈ ਨਹੀਂ ਕਰਨੀ, ਟੁੱਟੇ ਹੋਏ ਫਕੀਰਾਂ ਦੀ ਸੰਗਤ ਕਰਨੀ ਅਤੇ ਨਿਤਨੇਮ ਦ੍ਰਿੜਤਾ ਨਾਲ ਨਿਭਾਉਣਾ ਅਤੇ ਤਿਆਗ ਬਿਰਤੀ ਵਿੱਚ ਰਹਿਣਾ ਅਤੇ ਕਥਾ ਕੀਰਤਨ ਲੰਗਰ ਦੀ ਮਰਿਆਦਾ ਚਲਾਉਣੀ। ਫਿਰ ਮਹਾਰਾਜ ਨੇ 15 ਸੁਖਮਨੀ, 25 ਜਪਜੀ, 5 ਬਾਣੀਆਂ ਦੇ 5 ਨਿਤਨੇਮ। ਇਹ ਬਾਬਾ ਹਰਨਾਮ ਸਿੰਘ ਜੈਨ ਵਾਲੇ, ਸੰਤ ਸੰਪੂਰਨ ਸਿੰਘ ਬਿਲਾਸਪੁਰ ਵਾਲੇ ਔਰ ਸੰਤ ਕਨ੍ਹਈਆ ਪਟਲਾਵੇ ਵਾਲੇ, ਇੱਧਰ ਬਾਬਾ ਬੀਰਮਦਾਸ ਬਦੋਸ਼ੀ, ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ, ਲੁਧਿਆਣੇ ਮਾਤਾ ਚੰਦੋ ਰਾਣੀ, ਬਾੜ ਭਟਨਾ ਫਕੀਰ, ਉਰਮਿਲ ਟਾਂਡੇ, ਬੂਟਾ ਰਾਮ, ਇਸ ਤਰ੍ਹਾਂ ਬਾਬਾ ਨੱਥਾ ਸਿੰਘ ਬਤਾਲੇ ਵਾਲੇ, ਇਉਂ ਵਿਚਰਦੇ ਰਹਿੰਦੇ ਸੀ ਮਹਾਰਾਜ। ਫਿਰ ਬਹੁਤ ਸਾਰਾ ਮੂਲ ਮੰਤਰ, ਗੁਰ ਮੰਤਰ ਦਾ ਅਭਿਆਸ। ਇਹ ਬਾਬਾ ਈਸ਼ਰ ਸਿੰਘ ਮਹਾਰਾਜ ਬਤਾਲੇ ਵਾਲੇ 1926 'ਚ ਆ ਗਏ। ਭਾਈ ਪੱਲੇ ਦੀ ਅੰਸ ਵੰਸ਼ 'ਚੋਂ 6ਵੇਂ ਪਾਤਸ਼ਾਹ ਦਾ ਵਰਦਾਨ, ਉਹਨਾਂ ਦੇ ਹੁਕਮਾਂ ਨਾਲ ਫਿਰ ਗੁਰੂ ਕੇ ਨਿਸ਼ਾਨ ਚਲਾਏ ਗੁਰਦੁਆਰਾ ਸਾਹਿਬ, ਲੰਗਰ ਦੀ ਪ੍ਰਥਾ ਅਤੇ ਫਿਰ ਮੂਲ ਮੰਤਰ ਦਾ ਜਾਪ, ਜਿਹੜਾ ਕਿ 90 ਸਾਲ ਤੋਂ ਨਿਰੰਤਰ ਦਿਨ ਰਾਤ ਚੱਲ ਰਿਹਾ ਵਿਧੀ ਮਰਜ਼ਾਦਾ ਦੇ ਨਾਲ। ਇਸ ਤਰ੍ਹਾਂ ਵੀ ਉਹਨਾਂ ਨੇ ਸਾਉਣ ਭਾਦੋਂ ਦੀ ਮੱਸਿਆ ਤਰਨ ਤਾਰਨ ਸ੍ਰੀ ਅੰਮ੍ਰਿਤਸਰ ਸਾਹਿਬ ਲੰਗਰ ਲਾਉਣ ਦਾ 12 ਸਾਲ ਨੰਗੇ ਚਰਨੀ ਤਰਨ ਤਾਰਨ ਅੰਮ੍ਰਿਤਸਰ 14 ਮੱਸਿਆ ਜਾਣ ਦਾ ਹੁਕਮ, ਬਚਨਾਂ ਦੀ ਪਾਲਣਾ। ਕਰਤਾਰਪੁਰ ਸਾਹਿਬ ਜੋਤੀ ਜੋਤ ਸਮਾਉਣ ਵਾਲੇ ਪੁਰਬ 'ਤੇ ਲੰਗਰ, ਅਵਤਾਰਪੁਰ 'ਤੇ ਸ਼੍ਰੀ ਨਨਕਾਣਾ ਸਾਹਿਬ, ਹਰ ਮੱਸਿਆ 'ਤੇ ਕਰਤਾਰਪੁਰ ਦੁਆਬੇ ਵਾਲੇ, ਪੁੰਨਿਆ 'ਤੇ ਗੋਇੰਦਵਾਲ ਸਾਹਿਬ, ਦੁਸਹਿਰੇ ਦੇ ਚਮਕੌਰ ਸਾਹਿਬ, ਹੋਲੇ 'ਤੇ ਅਨੰਦਪੁਰ ਸਾਹਿਬ ਅਤੇ ਸਭਾ 'ਤੇ ਫਤਿਹਗੜ੍ਹ ਸਾਹਿਬ, ਵਿਸਾਖੀ ਦੇ ਦਮਦਮਾ ਸਾਹਿਬ, ਮਾਘੀ ਦੇ ਮੁਕਤਸਰ ਸਾਹਿਬ ਅਤੇ 10ਵੇਂ ਪਾਤਸ਼ਾਹ ਦੇ ਅਵਤਾਰਪੁਰ ਪਟਨਾ, ਮਹਾਰਾਜ ਦੇ ਜੋਤੀ ਜੋਤ ਸਮੂਹ ਗੁਰਤਾ ਗੱਦੀ ਪੁਰਬ 'ਤੇ ਹਜ਼ੂਰ ਸਾਹਿਬ, ਨਾਨਕ ਚੀਰਾ। ਔਰ ਉਹਨਾਂ ਦੇ ਹੁਕਮਾਂ ਦੀ ਉਹਨਾਂ ਨੇ ਪੂਰਨ ਤੌਰ 'ਤੇ ਪਾਲਣਾ ਕੀਤੀ। ਔਰ ਇਸ ਤਰ੍ਹਾਂ ਬੇਅੰਤ ਖੰਡੇਵਾੜ ਅੰਮ੍ਰਿਤ ਛਕਾਏ, ਨਸ਼ੇ ਛਡਾਏ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕੀਤਾ। ਬੜੇ ਬੜੇ ਵਿਦਵਾਨ ਗਿਆਨੀ ਪ੍ਰੀਤਮ ਸਿੰਘ ਜੀ, ਗਿਆਨੀ ਜੋਤ ਸਿੰਘ ਔਰ ਸੰਤ ਆਤਮਾ ਸਿੰਘ ਦਾਸ 'ਤੇ ਵੀ ਉਹਨਾਂ ਦੀ ਬਖਸ਼ਿਸ਼ ਹੋਈ, ਕਿਰਪਾ ਕੀਤੀ। ਹੋਰ ਗਿਆਨੀ ਅੰਮ੍ਰਿਤ ਸਿੰਘ ਜੀ, ਬੜੇ ਬੜੇ ਵਿਦਵਾਨ ਜਿਹੜੇ ਉਹਨਾਂ ਨੇ ਕਾਇਮ ਕੀਤੇ। ਔਰ ਇਸੇ ਤਰ੍ਹਾਂ ਸੰਸਕ੍ਰਿਤ ਦੇ ਬੜੇ ਬੜੇ ਵਿਦਵਾਨ ਉਹਨਾਂ ਦੇ ਉੱਤੇ, ਤਿਆਗ ਬਰਾਗ ਵਾਲੇ ਬੜੇ ਬੜੇ ਮਹਾਂਪੁਰਖ। ਫਿਰ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ, ਉਹਨਾਂ ਦੀ ਚਰਨ ਵਿੱਚ ਸੰਤ ਗਿਆਨੀ ਜੋਤ ਸਿੰਘ ਪ੍ਰੇਰਨਾ ਨਾਲ ਆਏ। ਪਹਿਲਾਂ ਸੰਤ ਬਾਬਾ ਭਾਗ ਸਿੰਘ ਜੱਬੜ ਵਾਲਿਆਂ ਦੇ ਚਰਨਾਂ 'ਚ ਰਹੇ, ਫਿਰ ਮਹਾਂਪੁਰਖਾਂ ਕੋ ਆ ਕੇ ਉਹਨਾਂ ਜੋਗੇ ਹੋ ਗਏ। ਫਿਰ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਫਿਰ ਆਪਣੇ 57 ਸੰਨ ਦੇ ਵਿੱਚ ਮੁਕੇਰੀਆਂ ਬਹੁਤ ਅਸਥਾਨਾਂ ਦੀ ਸੇਵਾ, ਜੋ ਅਟਲਗੜ੍ਹ ਮਾਤਾ ਸਦਾ ਕੌਰ, ਮਹਾਰਾਜ ਰਣਜੀਤ ਸਿੰਘ ਸੱਸ ਦਾ ਕਿਲ੍ਹਾ ਸੀ, ਇਹਦੀ ਸੇਵਾ ਫਿਰ ਸੰਤ ਬਾਬਾ ਹਰੀ ਸਿੰਘ ਜੀ ਮੁਕੇਰੀਆਂ ਨੂੰ ਦਿੱਤੀ। ਔਰ ਰਿਸ਼ੀ ਹਰਬੰਸ ਸਿੰਘ ਨਸ਼ਹਿਰੇ ਪੱਤਣ, ਸੰਤ ਕਰਮ ਸਿੰਘ ਜੀ ਗੇਰੇ। ਔਰ ਇਸੇ ਤਰ੍ਹਾਂ ਫਿਰ ਆਪਣੇ ਕੇਸਗੜ੍ਹ ਦੀ ਜਦੋਂ ਸੰਤ ਬਾਬਾ ਹਰੀ ਸਿੰਘ ਕਹਾਰਪੁਰ ਸੇਵਾ ਮਿਲੀ, ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਸੇਵਾ ਨਿਭਾਉਂਦੇ ਰਹੇ। ਫਿਰ ਸ੍ਰੀ ਆਨੰਦਗੜ੍ਹ ਸਾਹਿਬ ਦੀ ਸੇਵਾ ਬਾਬਾ ਕਨ੍ਹਈਆ ਸਿੰਘ, ਬਾਬਾ ਸੰਪੂਰਨ ਸਿੰਘ ਆਪ ਮਹਾਰਾਜ ਕਰਦੇ ਕਰਾਉਂਦੇ ਰਹੇ। 5 ਸਾਲ ਮੂਲ ਮੰਤਰ ਦਾ ਉੱਥੇ ਜਾਪ ਰੱਖਿਆ। ਅਤੇ ਰਾਗੀ ਬਾਗ ਸੰਤ ਬਤਨ ਸਿੰਘ ਜੀ ਔਰ ਜਥੇਦਾਰ ਸੰਤਾ ਸਿੰਘ ਜੀ ਅੱਜ ਵੀ ਮੌਜੂਦ ਆ, 93 ਸਾਲ ਉਮਰ ਆ। ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਦੇ ਭਰਾ 3 ਸਾਲ ਛੋਟੇ ਆ। ਸੰਤ ਭਿੰਡਰਾਂ ਵਾਲੇ ਬਾਬਾ ਮੋਹਨ ਸਿੰਘ, ਉਹਨਾਂ ਦੀ ਉਮਰ 96 ਸਾਲ ਆ। ਹੁਕਮ ਝੌਂਪੜੀ 'ਚ ਵਹਾਲੇ ਫਿਰ ਸਬਜ਼ੀ ਲਾ ਕੇ ਆਨੰਦਗੜ੍ਹ ਕੇਸਗੜ੍ਹ ਭੇਜਣੀ, ਉਹ ਲੰਗਰ 'ਚੋਂ ਮਿਲੇ ਰੁੱਖਾ ਮਿੱਸਾ ਛਕਣਾ। ਅੱਜ ਵੀ ਉਹ ਮਹਾਂਪੁਰਖ ਮੌਜੂਦ ਆ, ਸਾਰੀ ਜ਼ਿੰਦਗੀ ਬਚਨਾਂ ਦੇ ਫੁੱਲ ਚੜ੍ਹਾਏ। ਫਿਰ ਇਸੇ ਪ੍ਰਕਾਰ ਮੁਕੇਰੀਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਪੂਣੀ ਸਾਹਿਬ, ਉੱਥੇ ਦੀ ਸੇਵਾ ਸੰਤ ਗਿਆਨ ਸਿੰਘ, ਪ੍ਰੇਮ ਸਿੰਘ ਡਮੇਲੀ ਵਾਲੇ, ਉਹਨਾਂ ਨੂੰ ਉੱਥੇ ਛੱਡਿਆ। ਇਸੇ ਤਰ੍ਹਾਂ ਫਿਰ ਹਜ਼ੂਰ ਸਾਹਿਬ ਸੱਚਖੰਡ ਦੇ ਨੇੜੇ ਬੁੱਚੜਖਾਨਾ ਖੋਲ੍ਹਣ ਲੱਗੇ ਸੀ ਅਤੇ ਮਹਾਂਪੁਰਖਾਂ ਨੇ ਆਪ ਮੋਰਚਾ ਲਾ ਕੇ ਬੰਦ ਕੀਤਾ।
ਔਰ ਜਦੋਂ ਗੁਰੂ ਗ੍ਰੰਥ ਮੰਗਲ ਬਦਲੇ ਆਪ ਮਹਾਂਪੁਰਖਾਂ ਨੇ ਫਿਰ ਸ਼੍ਰੀਮਾਨ ਸੰਤ ਗਿਆਨੀ ਗੁਰੂ ਭਿੰਡਰਾਂ ਵਾਲੇ ਔਰ ਸਾਰੇ ਨਿਰਮਲੇ ਸੰਤ ਔਰ ਵਿਧੀ ਚੰਦ ਵਾਲੇ ਬਾਬਾ ਸੋਹਣ ਸਿੰਘ ਬੁੱਢਾ ਦਲ ਵਾਲੇ ਔਰ ਮਿਲ ਵਾਲੇ ਮਹਾਂਪੁਰਖ ਪਿੰਡਰੇ ਵੀ ਮੀਟਿੰਗਾਂ ਹੋਈਆਂ। ਰਾੜਾ ਸਾਹਿਬ ਵੀ ਸ਼੍ਰੀਮਾਨ ਸੰਤ ਬਾਬਾ ਈਸ਼ਰ ਲਾੜੇ ਵਾਲੇ ਅਤੇ ਸੰਤ ਈਸ਼ਰ ਨਾਨਕਸਰ ਵਾਲੇ ਭਾਵ ਹੋਰ ਵੀ ਸਾਰੇ ਮਹਾਂਪੁਰਖ ਰਲ ਕੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੀ ਜੋ ਪੁਰਾਤਨ ਮਰਜ਼ਾਦਾ ਸੀ ਉਹਨੂੰ ਕਾਇਮ ਰੱਖਿਆ। ਅਤੇ ਇਤਿਹਾਸ ਦੇ ਮਹਾਂਪੁਰਖਾਂ ਦਾ ਬਹੁਤ ਵੱਡਾ ਆ। ਫਿਰ ਮੁਕੇਰੀਆਂ ਆਏ, ਮੁਕੇਰੀਆਂ ਤੋਂ ਮਨੀ ਮਾਜਰੇ ਡਮੇਲੀ ਆ ਗਏ। ਇੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਮੋੜੀ ਗੱਡੀ ਕੰਮ ਸਾਹਿਬ ਮੌਜੂਦ ਹੈ। ਔਰ ਸ਼੍ਰੀਮਾਨ ਸੰਤ ਬਾਬਾ ਦਲੀਪ ਸਿੰਘ ਜੀ ਮਹਾਂਪੁਰਖ ਔਰ ਸੰਤ ਬਾਬਾ ਗਿਆਨ ਚੰਦ ਜੀ ਮਸਤ ਮਹਾਂਪੁਰਖ ਇੱਥੇ ਆਏ ਅਤੇ ਬਾਬਾ ਜੀ ਨੇ ਹੁਕਮ ਦਿੱਤਾ ਵੀ ਇੱਥੇ ਰਹਿਣਾ। ਫਿਰ 35 ਦਿਨ ਮਹਾਂਪੁਰਖ ਰਹੇ। ਆਹ ਦੇਖ ਲਓ ਕੱਤਕ ਦਾ ਮਹੀਨਾ 2.5 ਕਿਲੋ ਘਿਓ ਇਉਂ ਜੰਮਿਆ ਘਿਓ ਪਿੰਡੇ 'ਤੇ ਲਾਉਣਾ, ਵਿੱਚੇ ਜਜ਼ਬ ਹੋਣਾ। 2.5 ਕਿਲੋ ਰੋਜ਼ ਜਜ਼ਬ ਹੁੰਦਾ ਸੀ। ਡਾਕਟਰ ਚਰਨ ਸਿੰਘ, ਡਾਕਟਰ ਚੰਨਣ ਸਿੰਘ, ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਸਾਹਿਬ ਔਰ ਭਾਈ ਤਾਰਾ ਸਿੰਘ ਜੀ ਡਮੇਲੀ ਵਾਲੇ, ਹਰੀ ਸਿੰਘ ਅਵਧੂਤ ਅਤੇ ਗਿਆਨੀ ਹਰਵੰਸ ਸਿੰਘ ਔਰ ਸੰਤ ਸਰਵਣ ਸਿੰਘ ਗੰਧਾਰੋ ਸਾਹਿਬ। ਇਸੇ ਤਰ੍ਹਾਂ ਫਿਰ ਡੇਰੇ ਦੇ ਵਿੱਚੋਂ 5 ਸੇਵਾਦਾਰ ਜਿਹੜੇ ਸੀ ਇਹ 10ਵੇਂ ਪਾਤਸ਼ਾਹ ਨੇ ਪੰਜ ਪ੍ਰਵਾਨ, ਪੰਜ ਪ੍ਰਧਾਨ ਉਹਨਾਂ ਨੂੰ ਸੇਵਾਵਾਂ ਦਿੱਤੀਆਂ। ਸ਼੍ਰੀਮਾਨ ਜੱਗਾ ਸਿੰਘ, ਸੰਤ ਬਾਲ ਸਿੰਘ, ਸੰਤ ਜਾਨਕ ਸਿੰਘ, ਬਾਬਾ ਸਾਹਿਬ ਸਿੰਘ, ਬਾਬਾ ਗੁਰਬਖਸ਼ ਸਿੰਘ ਇਹਨਾਂ ਮਹਾਂਪੁਰਖਾਂ ਨੇ ਬੜੀ ਚੜ੍ਹਦੀ ਕਲਾ ਵਿੱਚ ਸੇਵਾਦਾਰਾਂ ਨੂੰ ਲੈ ਕੇ ਵਿਵੇਕ ਦਾ ਲੰਗਰ ਤਿਆਰ ਹੋਣਾ ਔਰ ਆਪ ਖੇਤੀ ਕਰਕੇ ਅਨਾਜ ਪੈਦਾ ਕਰਨਾ, ਕਥਾ ਕੀਰਤਨ ਵੀ, ਵਿਦਿਆ ਦਾ ਵੀ, ਨਾਮ ਬਾਣੀ ਦਾ ਵੀ, ਅੰਮ੍ਰਿਤ ਦਾ। ਅਤੇ 70 ਸਾਲ ਇਹਨਾਂ ਮਹਾਂਪੁਰਖਾਂ ਨੇ ਸੇਵਾ ਕਰਕੇ ਪਰ ਲੋਕ ਗਏ ਆ। ਮਹਾਂਪੁਰਖਾਂ ਦੇ ਬਚਨਾਂ 'ਤੇ ਉਹਨਾਂ ਨੇ ਪੂਰੇ ਫੁੱਲ ਚੜ੍ਹਾਏ। ਸੋ ਇਸ ਵਾਸਤੇ ਬਾਬੇ ਮਸਤਾਂ ਦੇ ਹੁਕਮ ਨਾਲ ਫਿਰ ਡਮੇਲੀ 35 ਦਿਨ ਰਹੇ। 15 ਦਿਨ ਪਹਿਲਾਂ ਹੋਇਆ ਕਿ ਮਹਾਰਾਜ ਨੇ ਸਮਾ ਜਾਣਾ। ਬੇਅੰਤ ਸੰਗਤਾਂ ਆਈਆਂ। ਫਿਰ ਸੰਤ ਗਿਆਨ ਸਿੰਘ ਨੂੰ ਬਾਬੇ ਮਸਤਾਂ ਕੋਲ ਆਨੰਦਪੁਰ ਭੇਜਿਆ। ਬਾਬਾ ਮਸਤ ਦੀ ਜੈਤੇ ਵਾਲੀ ਉਹਨੇ ਕਿਹਾ ਵੀ ਬੇਲਣਾ ਬਣਾਓ ਲੱਕੜ ਦਾ, ਫਗਵਾੜੇ ਅਸੀਂ ਕਮਾਦ ਪੀੜਨਾ ਲੰਗਰ ਦਾ। ਸੰਗਤਾਂ ਦਾ ਭੁਲੇਖਾ ਜਿਹਾ ਨਿਕਲ ਗਿਆ। ਪੂਰੇ 15ਵੇਂ ਦਿਨ ਬੁੱਧਵਾਰ, ਕਿਉਂਕਿ ਮਹਾਰਾਜ ਹਠ ਯੋਗ ਦੇ, ਸਹਿਯੋਗ ਦੇ ਪੂਰੇ ਮਾਹਰ ਸੀ। 7:35 'ਤੇ ਪੂਰਾ ਇਸ਼ਨਾਨ ਪਾਣੀ ਕਰਕੇ ਆਪਣਾ ਨਿਤਨੇਮ ਕੀਤਾ ਔਰ ਫਿਰ ਸਿਰਦਾਸਣ ਲਾ ਕੇ ਯੋਗਾ ਅਭਿਆਸ ਦੁਆਰਾ ਬ੍ਰਹਮ ਅੰਦਰ ਨਾੜੀ ਫੋੜ ਕੇ ਸੂਰਜ ਕਿਰਨ ਮਿਲਿਆ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆਰ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਿਆ ਗੁਣ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸੋ 35 ਦਿਨ ਬਾਬਾ ਮਸਤਾਂ ਦੇ ਹੁਕਮ 'ਚ ਰਹੇ। ਇਹ ਹੁਕਮ ਸੀ ਵੀ ਸਾਡਾ ਸਰੀਰ ਸਿੱਧਾ ਭਗੌਰ ਸਾਹਿਬ ਲਿਜਾਣਾ, ਨੰਗਲ ਪਾਖੜੇ ਜਿੱਥੇ ਸਤਲੁਜ ਦੇ ਕਿਨਾਰੇ 10ਵੇਂ ਪਾਤਸ਼ਾਹ ਜੀ ਨੇ ਚੌਪਈ ਸਾਹਿਬ ਉਚਾਰੀ ਹੈ, ਹਮਰੀ ਗੁਰੂ ਦੇ ਰਚਾ, ਕਿ ਉੱਥੇ ਜਲ ਪ੍ਰਵਾਹ ਕਰਨਾ। ਫਿਰ 28 ਕੱਤਕ 13 ਨਵੰਬਰ ਦਿਨ ਬੁੱਧਵਾਰ 7:40 'ਤੇ ਉਹਨਾਂ ਨੇ ਪਾਣਾ ਵਰਤਾਇਆ। ਉਹਨਾਂ ਦੇ ਹੁਕਮਾਂ ਦੇ ਮੁਤਾਬਕ ਪਹਿਲਾਂ ਬਕਸਾ ਬਣਾ ਕੇ ਰੱਖਿਆ ਸੀ ਹੋਤੀ ਮਰਦਾਨ ਸੰਪਰਦਾ ਜਲ ਪ੍ਰਵਾਹ ਦੀ, ਕਿ ਵੱਡੇ ਮਹਾਂਪੁਰਖ ਜੇ ਸੰਸਕਾਰ ਕਰੀਏ ਫਿਰ ਉੱਥੇ ਲੋਕ ਕੋਈ ਯਾਦਗਾਰ ਬਣਾ ਲੈਂਦੇ, ਪੂਜਾ ਸ਼ੁਰੂ ਕਰ ਲੈਂਦੇ ਆ। ਕਿ ਜਲ ਪ੍ਰਵਾਹ ਹੋਏ, ਕੋਈ ਪੂਜਾ ਵਾਲੀ ਗੱਲ ਹੀ ਨਾ ਹੋਵੇ। ਪਾਤਸ਼ਾਹ ਦਾ ਹੁਕਮ ਹੈ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਉਸ ਜਗ੍ਹਾ ਫਿਰ ਜਲ ਬੜਾ ਡੂੰਘਾ ਇੱਕ ਬਕਸਾ ਤਿਆਰ ਕਰਕੇ ਉਹ 'ਚ ਕੁਝ ਮੋਰੀਆਂ ਹੁੰਦੀਆਂ, ਇਸ਼ਨਾਨ ਕਰਾ ਕੇ ਸਰੀਰ ਜਿਹੜਾ ਫਿਰ ਉਹ ਸਜਾ ਕੇ ਅਤੇ ਫਿਰ ਬੰਦ ਕਰਕੇ 4 ਬੇਟ 4 ਕੁੰਡੇ ਹੁੰਦੇ ਬੰਨ੍ਹ ਕੇ 2 ਬੇੜੀਆਂ ਸਮਾਂਤਰ ਰੱਖ ਕੇ 10ਵੇਂ ਪਾਤਸ਼ਾਹ ਚਰਨਾਂ ਕੜਾਪਨ ਦੇ ਕਰਕੇ ਅਰਦਾਸ ਕਰਕੇ 5 ਪਿਆਰਿਆਂ ਦੁਆਰਾ ਸੰਗਤ ਦੀ ਹਾਜ਼ਰੀ ਵਿੱਚ ਫਿਰ ਜੁਕਾਰੇ ਛੱਡ ਕੇ ਫਿਰ 2 ਬੇੜੀਆਂ ਸਮਾਂਤਰ ਖੜੀਆਂ ਕਰਕੇ ਬਕਸੇ ਦੇ ਕੰਢੇ ਰੱਖ ਕੇ ਅਤੇ ਦਰਿਆ ਦੇ ਮੱਧ ਵਿੱਚ ਫਿਰ ਇਹ ਜਲ ਪ੍ਰਵਾਹ ਕੀਤਾ ਜਾਂਦਾ। ਉਹ ਜਿਹੜੀਆਂ ਮੋਰੀਆਂ ਮੇਵੇ ਵਗੈਰਾ ਰੱਖੇ ਹੁੰਦੇ ਆ, ਮੱਛੀਆਂ ਚੱਲ ਜਾਣੀਆਂ
कि साडा शरीर अंत समय भी परोपकार 'ਚ लग जाए, क्योंकि आए परोपकार वास्ते होंगे। सो इस वास्ते फिर 29 कतक नूं ये जल प्रवाह किया गया। फिर डेरे जाच पाठ होए, भोग पाए। फिर श्रीमान संत बाबा माझा सिंह जी पोती मरदान वाले, श्रीमान संत बाबा हरिकारपुर वाले, संत ज्वाला सिंह जैन वाले, और उस वेले वो निर्मल मंडल के प्रधान सगे। तो सारे बाबा नंद सिंह रामगढ़ वाले तो सारे महापुरखों ने अपने विचार करके, क्योंकि जो महाराज डमेली रहे श्रीमान संत बाबा गुरु पिंडर वाले भी, तो होर बेअंत महापुरख विधि चंदी बाबा सोहन सिंह साहब और सारे महापुरख जिन्हें किन्नियां कदे ना गिणीए, सारियां नाल सारियां संप्रदायां छे पेखां नाल प्यार सी। दर्शन दीदार वास्ते आउंदे रहे। तो फिर ये सारा समागम होया। उदों भी सारे महापुरखों ने संप्रदाय शमूलियत की। फिर सारी संगत महापुरुषों विचार करके कि मुरदा होए मरीद ना गली होवना, सिदक सबर शाहीद परम भोग होवना। तो हस्ती सिर जवान कसै रण जो सिर दे मंतन आ गया राके उभी सेव करे गुरमुख आप नवारिए सब राज श्रेष्ठ का ले। श्रीमान संत बाबा महेंद्र सिंह जी जो महाराज के लांगरी सी, संत बाबा गजन सिंह उन्होंने गड़ोई सी। संगत ना विचार करके इन्होंने फिर दस्तारबंदी की रस्म की। तो महापुरखों ने भी महापुरखों के हुक्मों की पालना करदियां सारी जिंदगी अपनी गुरु नानक साहब दसम पातशाही सिੱਖੀ के प्रचार में जो महापुरख मर्यादा चलाइया सी उन्होंने तो वो 16 आने 60% पूरे उतरे। तो महाराज ने हुक्म किया 7 के बाद बाबे मस्तां की सेवा च रहना। वो मस्तां की सेवा च रहे। बाबे मस्तां ने बहुत व्यंग करिया भी निशर्दक होण, पर उन्हें पूरे बचन मने। तो बाबे मस्तां ने उन्होंने चढ़ते तो लैंदे सब कुछ दिखाया, बख्शां करतियां। तो महापुरख भी फिर 84 ये दिखाउण अपना उन्होंने सब दीदा सी कि असीं बर्दाश्त नहीं कर सकते। वो महापुरख भी फिर अपना जोती जो समावै। तो उन्हों का जल प्रवाह भी भगौर साहिब होया सी। सो अज असीं धन धन बाबा ज्वाला सिंह जी महाराज जी की याद मना रहे हैं। तो उन्हों का संखेप इतिहास आप जी ने श्रवण कराया है। तो गुरु महाराज कृपा करन। हम साबका हैड ग्रंथी ज्ञानी जोगा सिंह जी भी आए हैं। तो संत पाल सिंह जी लोहियां वाले वो भी महापुरख आए हैं। सो हम संत बाबा पाल सिंह जी आप जी के नाल कोई समले विचार साझे करनगे। फिर ज्ञानी जोगा सिंह जी, फिर कड़ा प्रसाद की देग वरताई जाएगी। सारिया संगतां ने लंगर छक के जाने की कृपालता करनी, क्योंकि इस वेले होर भी सेवावां चल रही। तो गुरुद्वारा बेर साहब श्रोमणी गुरुद्वारा प्रबंधक कमेटी और कार सेवा वाले महापुरख सरावां की सेवा चल रही है। तो मूल मंत्र भवन की सेवा भी चल रही है। सो गुरु महाराज की किरपा दे नाल हुण 23 तरीक नूं 549वां धन धन साहिब श्री गुरु नानक देव महाराज का गुरपुरब मनाउण दीआं बड़े जोरां ते तैयारियां हो रही। अगले साल फिर 550 साला महाराज का गुरपुरब जिथे ननकाना साहिब की पावन धरती विखे उत्थे सुल्तानपुर लोधी और सारे विश्व व्यापी हाँ जी गुरसिखां जिथे भी गुरु नानक साहिब की संगत देसां प्रदेसां बैठी है, 7 समुद्रां पार हर थां बड़ी धूमधाम नाल मनाया जाना है। क्योंकि अज 13 नवंबर हो गया। तो 21 नूं 22 ते 23 तो नगर कीर्तन तो बहुत आरंभ हो गए। संगतां दे 4 फेरियों बेर साहब नतमस्तक होने वास्ते संगतां आ जा रही। गुरु महाराज कृपा करन। जिथे महापुरखों की बरसी मनाई है उत्थे हुण गुरपुरब के उत्ते भी संगतां लंगरां दीआं तैयारियां कर रही। आज संगत की सेवा वास्ते जड़ियां भी संगतां गुरु महाराज की सेवा विच सेवा करदियां सारियां दा भाई धन्नवाद है। क्योंकि सेवक को सेवा न्याई हुक्म बूझ परम पद पाई उसके चौगन करे निहाल नानक साहिब सदा दयाल। क्योंकि महापुरखों का आना जाना सुतंत्र है।
ਇਸ ਵਾਸਤੇ ਉਹ ਤਾਂ ਦੁਨੀਆ ਦੇ ਭਲੇ ਲਈ ਆਉਂਦੇ ਆ, ਜਿੰਨੀ ਜਿੰਨੀ ਸੇਵਾ ਹੁੰਦੀ ਹੈ ਨਿਭਾ ਕੇ ਚਲੇ ਜਾਂਦੇ ਆ। ਸੰਤ ਮੋਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਆ ਸਾਗਤ ਵਾਪਰੇ, ਜੋ ਹਾਟੇ ਹਾਟ ਬਕਾਏ। ਸੋ ਸਾਧ ਸੰਗਤ ਜੀ, ਸਰਦਾਰ ਰਘਵੀਰ ਸਿੰਘ ਜੀ ਤਥਾ ਉਹਨਾਂ ਸੰਸਥਾ ਦੇ ਸਾਰੇ ਸੇਵਾਦਾਰ, ਅੱਜ ਵੀ ਉਹਨਾਂ ਨੇ ਉਦਮ ਕੀਤਾ। ਐਤਵਾਰ ਵੀ ਬੇਰ ਸਾਹਿਬ ਲੜੀਵਾਰ ਕਥਾ ਦੀ ਰਿਕਾਰਡਿੰਗ ਕਰਕੇ ਦੇਸਾਂ ਬਣੇ ਸੰਗਤਾਂ ਨੂੰ ਸਰਵਣ ਕਰਾਈ ਹੈ। ਗਾਏ ਬਗਾਏ ਸੇਵਾ ਨਿਭਾਉਂਦੇ ਆ। ਅੱਜ ਮਹਾਂਪੁਰਖਾਂ ਦੀ ਬਰਸੀ 'ਤੇ ਵੀ ਹਾਂਜੀ ਆਵਾਜ਼ੇ ਕੌਮ ਇਹ ਜਿਹੜਾ ਚੈਨਲ ਵਿਲਾਇਤ ਵਿੱਚ ਆਰੰਭ ਹੋਇਆ, ਸੰਗਤਾਂ ਦੀ ਸੇਵਾ 'ਚ ਹਰ ਵੇਲੇ ਹਾਜ਼ਰ ਆ। ਅਤੇ ਉਹਨਾਂ ਦਾ ਤਾਂ ਸ਼ੌਂਕ ਸੀ ਕਿ ਸੁਲਤਾਨਪੁਰ ਰੋਜ਼ਾਨਾ ਹੀ ਜਾਤੀ ਮਹਾਰਾਜ ਗੁਰਪੁਰਬ ਹੈ, ਇਹ ਸੇਵਾ ਨਿਭਾਈਆਂ ਜਾਣ ਅਤੇ ਸੰਗਤਾਂ ਨੂੰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸੰਦੇਸ਼ ਆ ਸਾਰੀ ਵਰਲਡ ਵਿੱਚ ਪਹੁੰਚਾਇਆ ਜਾਏ ਅਤੇ ਸਾਰਿਆਂ ਨੂੰ ਉਤਸ਼ਾਹ ਹੋਵੇ। ਜਿੱਥੇ ਵੀ ਸੰਗਤ ਹੈ ਉੱਥੇ ਮਹਾਰਾਜ ਗੁਰਪੁਰਬ ਮਨਾ ਕੇ ਖੁਸ਼ੀਆਂ ਪ੍ਰਾਪਤ ਕਰ ਸਕਣ ਅਤੇ ਮਹਾਰਾਜ ਦੀ ਆਸ਼ੀਰਵਾਦ ਪ੍ਰਾਪਤ ਕਰ ਸਕਣ। ਸੋ ਜੋ ਆਵਾਜ਼ੇ ਕੌਮ ਚੈਨਲ ਆ ਅਤੇ ਇਹਨਾਂ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਆ। ਗੁਰਸਿੱਖ ਆ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾ ਰਿਹਾ। ਗੁਰੂ ਮਹਾਰਾਜ ਕਿਰਪਾ ਕਰਨ। ਇਸ ਤਰ੍ਹਾਂ ਸੰਗਤਾਂ ਵੱਧ ਤੋਂ ਵੱਧ ਇਸ ਚੈਨਲ ਤੋਂ ਲਾਹਾ ਲੈਣਾ ਚਾਹੀਦਾ। ਜਿੱਥੇ ਵੀ ਸਮਾਗਮ ਹੋਣ ਬੁਲਾ ਕੇ, ਤਾਂ ਜੋ ਗੁਰੂ ਨਾਨਕ ਸਾਹਿਬ ਦੀ ਅੱਜ ਦੇ ਯੁੱਗ ਵਿੱਚ ਇਹਨਾਂ ਸਾਧਨਾਂ ਦੀ ਲੋੜ ਹੈ। ਵੱਧ ਤੋਂ ਵੱਧ ਗੁਰੂ ਨਾਨਕ ਸਾਹਿਬ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋ ਸਕੇ, ਨਸ਼ੇ ਛੱਡੇ ਜਾਣ। ਅੰਮ੍ਰਿਤ ਛਕ ਕੇ 550 ਸਾਲੇ ਤੋਂ ਗੁਰੂ ਨਾਨਕ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪੰਥ ਦੀਆਂ ਖੁਸ਼ੀਆਂ ਲੈ ਕੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋ ਸਕੇ। ਸੋ ਆਈ ਸੰਗਤ ਦਾ, ਸਾਰੇ ਮਹਾਂਪੁਰਖਾਂ ਦਾ, ਚੈਨਲ ਵਾਲੇ ਸੇਵਾਦਾਰਾਂ ਦਾ, ਸਾਰਿਆਂ ਦਾ ਭਾਈ ਸਮੁੱਚੇ ਰੂਪ 'ਚ ਬਹੁਤ ਬਹੁਤ ਧੰਨਵਾਦ ਆ। ਸੋ ਗੁਰੂ ਮਹਾਰਾਜ ਨੇ ਇਹ ਹੁਕਮ ਬਖਸ਼ਿਆ, ਸੰਖੇਪ ਵਿਚਾਰ ਸੁਣੋ। ਸੋਰਠ ਮਹੱਲਾ ਪੰਜਵਾ। ਹੰਬਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਆ, ਸਾਡੇ ਕੀਤੇ ਹੋਏ ਪਾਪ ਕਰਮਾਂ ਦੀ ਗਿਣਤੀ ਨਾ ਗਿਣਿਓ ਕਾਈ ਕਿਸੇ ਪ੍ਰਕਾਰ। ਆਪਣੇ ਬਿਰਦ ਧਰਮ ਨੂੰ ਪਛਾਣ ਕੇ ਤੁਹਾਡਾ ਨਾਂ ਆ ਪਤਿਤ ਪਾਵਨ। ਸਾਡੇ ਪਾਪੀਆਂ ਨੂੰ ਪਵਿੱਤਰ ਕਰ ਦੇਣਾ ਕਰੋ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਨ। ਆਪਣਾ ਮਿਹਰ ਦਾ ਸਾਡੇ ਸਿਰ 'ਤੇ ਹੱਥ ਰੱਖ ਕੇ ਆਪਣੇ ਬਣਾ ਲਓ ਦਾਸ। ਅਸੀਂ ਸਦਾ ਸਦਾ ਆਤਮਕ ਆਨੰਦ ਤੇਰੇ ਪਿਆਰ ਦੇ ਰੰਗ ਆਨੰਦ ਨੂੰ ਮਾਣ ਸਕੀਏ। ਸਾਚਾ ਸਾਹਿਬ ਸਦ ਮਿਹਰਬਾਨ, ਉਹ ਸਾਹਿਬ ਸੱਚਾ ਹੈ ਅਤੇ ਸਦਾ ਮਿਹਰਬਾਨ ਹੈ। ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ। ਮੇਰੇ ਸਤਿਗੁਰੂ ਨੇ ਜਿਹੜਾ ਅਵਾਰਾ ਮਨ ਸੀ ਇਹਨੂੰ ਬੰਨ੍ਹ ਪਾਤਾ। ਗੁਰੂ ਦੇ ਉਪਦੇਸ਼ ਨਾਲ ਇਹਨੂੰ ਬੰਨ੍ਹ ਦਿੱਤਾ। ਕੁੰਭੇ ਬੱਦਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਿਹਾ, ਗੁਰ ਬਿਨ ਗਿਆਨ ਹੋਏ। ਗਿਆਨ ਦੁਆਰਾ ਮਨ ਬੰਨ੍ਹਿਆ ਜਾਂਦਾ। ਮੇਰੇ ਸਤਿਗੁਰੂ ਨੇ ਪੂਰਾ ਸਤਿਗੁਰੂ ਪੂਰਾ ਗਿਆਨ ਦਿੰਦਾ, ਉਹਦੇ ਦੁਆਰਾ ਮਨ ਖਲੋਂਦਾ। ਹੋਈ ਸਰਬ ਕਲਿਆਣ। ਫਿਰ ਸਾਰੀ ਤਰ੍ਹਾਂ ਕਲਿਆਣ, ਕੁਸ਼ਲਤਾ, ਸੁੱਖ, ਆਨੰਦ ਪ੍ਰਾਪਤ ਹੋ ਗਏ ਹਨ ਔਰ ਕਲਿਆਣ ਮੁਕਤੀ ਕੇਵਲ ਮੋਕਸ਼ ਪ੍ਰਾਪਤ ਹੋ ਗਈ ਹੈ। ਰਹੋ ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਇਸ ਜੀ ਪਿੰਡ ਸਾਜ ਕੇ ਇਹਦੇ ਜੀਵ ਕਲਾ ਪਾਤੀ ਹੈ। ਇਹਦੀ ਪਾਲਣਾ ਪੋਸ਼ਣਾ ਵਾਸਤੇ ਪਹਿਨਣ ਨੂੰ ਵਸਤਰ ਦਿੱਤਾ, ਖਾਣ ਨੂੰ ਭੋਜਨ ਦਿੱਤਾ ਹੈ। ਪ੍ਰਤਪਾਲੇ ਪਿਆਉ ਦੇ ਕਛੂਨ ਨਾ ਹੋਈ, ਸਾਥ ਸਾਥ ਸੰਭਾਲਤਾ ਮੇਰਾ ਪ੍ਰਭ ਸੋਈ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿਗੁਰਵਾਨ। ਸਤਿਗੁਰ ਸੱਚੇ ਪਾਤਸ਼ਾਹ ਆਪਣੇ ਦਾਸਾਂ ਦੀ ਆਪ ਲਾਜ ਰੱਖਦੇ ਹਨ। ਇਸ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਂਜੀ ਉਹਨਾਂ ਤੋਂ ਸਦਾ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਹੁੰਦਾ। ਸੋ ਇਸ ਵਾਸਤੇ ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ। ਹੁਣ ਆਓ ਸੰਤ ਬਾਬਾ ਪਾਲ ਸਿੰਘ ਜੀ ਤੋਂ ਕੁਝ ਸਮੇਂ ਲਈ ਵਿਚਾਰ ਸੁਣੀਏ, ਫਿਰ ਗਿਆਨੀ ਜੀ ਕਿਰਪਾ ਕਰਨਗੇ, ਫਿਰ ਦੇਗ ਵਰਤੇਗੀ, ਫਿਰ ਲੰਗਰ ਛਕ ਕੇ ਸਾਰੀਆਂ ਸੰਗਤਾਂ ਨੇ ਜਾਣ ਦੀ ਕਿਰਪਾਲਤਾ ਕਰਨੀ। ਔਰ 550 ਸਾਲੇ 'ਤੇ ਲੰਗਰਾਂ 'ਚ ਵੀ ਸਾਰੀਆਂ ਸੰਗਤਾਂ ਨੇ ਹੱਥੀਂ ਸੇਵਾ ਕਰਕੇ ਲਾਹਾ ਲੈਣਾ। ਕਿਉਂਕਿ ਆਪ ਨੂੰ ਪਤਾ ਹੀ ਹੈ ਕਿ ਸੰਪਰਦਾ ਦੇ ਮਹਾਂਪੁਰਖ ਕੋਈ ਅਗਰਾਈ ਵਗੈਰਾ ਨਹੀਂ ਕਰਦੇ। ਸੰਗਤਾਂ ਆਪਣੇ ਆਪ ਹੀ ਸ਼ੌਕ ਨਾਲ
ਸੇਵਾ ਕਰੀ ਜਾਂਦੀ ਹਾਂ। ਉਹਨਾਂ ਮਹਾਂਪੁਰਖਾਂ ਦੀ ਕਮਾਈ ਬਹੁਤ ਹੈ। ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਬਚਨ ਦਿੱਤੇ ਸੀ, ਮੇਰਾ ਰੁਪਈਆ। ਧੰਨ ਧੰਨ ਬਾਬਾ ਆਪ ਸਿੰਘ ਜੀ ਨੂੰ ਕਹਿਣ ਲੱਗੇ ਤੁਹਾਡਾ 1.25 ਰੁਪਈਆ ਚੱਲੂਗਾ। ਉਹਨਾਂ ਦੀ ਕਮਾਈ ਨਾਲ ਇਹ ਸਾਰੇ ਭੰਡਾਰੇ ਚੱਲੀ ਜਾਂਦੇ ਆ। ਹੱਥੀਂ ਸੇਵਾ ਦੀ ਬਹੁਤੀ ਲੋੜ ਪੈਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।